अव्वल हमद खुदा दा विरद कीजे ते इश्क कीता सु जग दा मूल मियां पहला आप ही रब ने इश्क कीता ते माशूक सी नबी रसूल मियां ਵਾਰਿਸ ਸ਼ਾਹ ਦੀ ਹੀਰ 2.5 ਸੈਂਕੜੇ ਪੂਰਾ ਕਰ ਚੁੱਕੀ ਹੈ। ਆਏ ਦਿਨ ਅਸੀਂ ਵੱਡੇ ਸਾਹਿਤਿਕ ਸੰਮੇਲਨ ਕਰਾਉਂਦੇ ਹਾਂ, ਪਰ ਵਾਰਿਸ ਸ਼ਾਹ ਦੀ ਯਾਦ ਦੇ ਵਿੱਚ ਇੱਕ ਵੀ ਸੰਮੇਲਨ ਅਸੀਂ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। 18ਵੀਂ ਸਦੀ ਦੇ ਵਿੱਚ ਜਦੋਂ ਹੀਰ ਨਾਮ ਦਾ ਸ਼ਾਹਕਾਰ ਵਾਰਿਸ ਸ਼ਾਹ ਦੇ ਵੱਲੋਂ ਰਚਿਆ ਗਿਆ ਸੀ, ਉਸ ਵਕਤ ਤੋਂ ਲੈ ਕੇ ਹੀਰ ਰਾਂਝੇ ਦੀ ਹੀਰ ਨਾ ਰਹਿ ਕੇ ਵਾਰਿਸ ਸ਼ਾਹ ਦੀ ਹੀਰ ਹੋਣੀ ਪੜੀ ਸੀ। ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਬਹੁਤ ਸਾਰੇ ਕਿੱਸਾਕਾਰਾਂ ਨੇ, ਕਵੀਆਂ ਨੇ ਇਸ ਕਿੱਸੇ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੀਰ ਨੂੰ ਨਵਾਂ ਜਨਮ ਦੇਣ ਦੀ ਕੋਸ਼ਿਸ਼ ਕੀਤੀ, ਛੰਦ ਉਲਟਾ ਪਲਟਾ ਕੇ ਦੇਖੇ, ਬੜੇ ਹੱਥ ਪੈਰ ਮਾਰੇ, ਬਹਿਰ ਚੇਂਜ ਕਰਕੇ ਦੇਖੇ, ਪਰ ਸਮੇਂ ਦੀ ਕਸਵੱਟੀ ਤੇ ਪਰਖਿਆ ਇਹ ਸੱਚ ਹੈ ਕਿ ਹੀਰ ਵਾਰਿਸ ਸ਼ਾਹ ਤੋਂ ਇਲਾਵਾ ਹੋਰ ਕਿਸੇ ਦੀ ਨਾ ਹੋ ਸਕੀ। ਇੱਕ ਖੂਬਸੂਰਤ ਗੱਲ ਇਹ ਵੀ ਹੈ ਕਿ ਇਸ ਕਿੱਸੇ ਦੀ ਕਾਮਯਾਬੀ ਜੋ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਹੋਈ ਹੋਏਗੀ, ਕਿਉਂਕਿ ਇਸ ਖੂਬਸੂਰਤ ਕਿੱਸੇ ਦੀ ਸ਼ੁਰੂਆਤ ਜਿੱਥੇ ਇਸ਼ਕੇ ਮਜਾਜ਼ੀ ਤੋਂ ਹੋਣੀ ਹੈ, ਉਸ ਦੀ ਸ਼ੁਰੂਆਤ ਵਾਰਿਸ ਸ਼ਾਹ ਇਸ਼ਕੇ ਹਕੀਕੀ यानी कि रसूल अल्लाह दे नाम तो करता है। अवल हमद खुदाए दा विरद कीचे, इश्क कीता सु जग दा मूल मियाँ, पहलों आप है रब ने इश्क कीता, माशूक है नबी रसूल मियाँ। इश्क पीर फकीर दा मर्तबा है, मर्द इश्क दा भला रंजूल मियाँ। खिले तिना दे बाब कलूब अंदर, जिना कीता है इश्क कबूल मियाँ। इश्क पीर फकीर दा मर्तबा है, मर्द इश्क दा भला रंजूल मियाँ। खुले तिना दे बाब कलूब अंदर, हाँ कीता जिन्हां ने इश्क कबूल मियाँ। ਇੱਕ ਇਸ ਤਰ੍ਹਾਂ ਦਾ ਖੂਬਸੂਰਤ ਕਿੱਸਾ ਜਿਸ ਨੂੰ ਸੁਣਦਿਆਂ ਹੀ ਰੂਹਾਨੀਅਤ ਤੇ ਮੁਹੱਬਤ ਦੇ ਅਨੰਤ ਸਾਗਰ ਦੇ ਵਿੱਚ ਮਨ ਗੋਤੇ ਖਾਣ ਲੱਗਦਾ ਹੈ। ਰਸੂਲ ਅੱਲਾ ਮੁਹੰਮਦ ਸਾਹਿਬ ਨੂੰ ਕਿਹਾ ਗਿਆ ਹੈ, ਕਿਹਾ ਜਾਂਦਾ ਹੈ ਕਿ ਅੱਲਾ ਨੂੰ ਰਸੂਲ ਦੇ ਨਾਲ ਇਸ਼ਕ ਹੋ ਗਿਆ ਸੀ ਤੇ ਉਸ ਨੇ ਰਸੂਲ ਨੂੰ ਅਰਸ਼ੋ ਮੁਨੱਵਰ ਤੇ ਮਿਲਣ ਦੇ ਲਈ ਬੁਲਾਵਾ ਭੇਜਿਆ ਸੀ। ਹਜ਼ੂਰ ਮੁਹੰਮਦ ਸਾਹਿਬ ਨੂੰ ਕੰਬਲੀ ਵਾਲੇ ਵੀ ਕਿਹਾ ਜਾਂਦਾ ਹੈ। ਜਦੋਂ ਬੁਲਾਵਾ ਆਇਆ, हुजूर ने अपनी कंबली उतारी और अपने तखत ते रख दिती, फिर उठ के वजू किया क्योंकि उन्होंने अल्लाह नूं मिलण वास्ते अर्शो मुनव्वर ते जाना सी। इस तो बाद वो जिस कमरे दे विच रहिंदे सन उस कमरे नूं एक ताला लगा के वो अर्शो मुनव्वर ते अल्लाह नूं मिलण वास्ते रवाना हो गए। ਜਦੋਂ ਹਜ਼ੂਰ ਅੱਲਾ ਨੂੰ ਮਿਲਣ ਵਾਸਤੇ ਅਰਸ਼ੋ ਮੁਨੱਵਰ ਤੇ ਜਾਂਦੇ ਨੇ ਤਾਂ ਅੱਲਾ ਬਹੁਤ ਪਿਆਰ ਦੇ ਨਾਲ ਰਸੂਲ ਦਾ ਸਵਾਗਤ ਕਰਦੇ ਨੇ, ਉਹਨਾਂ ਨੂੰ ਘੁੱਟ ਕੇ ਗਲ ਵਕੜੀ ਪਾਉਂਦੇ ਨੇ ਤੇ ਕਹਿੰਦੇ ਨੇ ਰਸੂਲ ਤੁਸੀਂ ਆ ਤਾਂ ਗਏ ਪਰ ਤੁਹਾਨੂੰ ਭੇਜਣ ਦਾ ਮੇਰਾ ਮਨ ਨਹੀਂ ਹੈ। ਕਿਹਾ ਜਾਂਦਾ ਹੈ ਕਿ ਅਰਸ਼ੋ ਮੁਨੱਵਰ ਤੇ 18 ਸਾਲ ਬੀਤ ਗਏ ਪਰ ਨੀਚੇ ਇੱਕ ਘੜੀ ਵੀ ਨਹੀਂ ਬੀਤੀ। ਜਦੋਂ ਰਸੂਲ ਅੱਲਾ ਵਾਪਸ ਜ਼ਮੀਨ ਤੇ ਆਏ ਤਾਂ ਹਜ਼ੂਰ ਨੇ ਜਿਹੜੀ ਕੰਬਲੀ ਉਤਾਰ ਕੇ ਰੱਖੀ ਸੀ ਉਸ ਕੰਬਲੀ ਦੇ ਵਿੱਚ ਹਾਲੇ ਵੀ ਉਸੇ ਤਰ੍ਹਾਂ ਦਾ ਨਿੱਘ ਸੀ। ਜਿੱਥੇ ਵਜ਼ੂ ਕੀਤਾ ਸੀ ਉਹ ਜਗ੍ਹਾ ਹਾਲੇ ਵੀ ਗਿੱਲੀ ਸੀ ਔਰ ਜੋ ਤਾਲਾ ਲਗਾਇਆ ਸੀ ਉਹ ਤਾਲਾ ਹਾਲੇ ਵੀ ਹਿਲ ਰਿਹਾ ਸੀ। यानी कि अर्शो मुनव्वर ते 18 साल बीत गए पर जमीन ते एक घड़ी भी नहीं मिली।
ਇਸ ਕਿਸੇ ਨਾਲ ਜੁੜੀ ਹੋਈ ਇੱਕ ਖੂਬਸੂਰਤ ਗੱਲ ਇਹ ਵੀ ਹੈ ਕਿ ਜਦੋਂ ਰਸੂਲ ਵਾਪਸ ਜ਼ਮੀਨ ਤੇ ਆਉਣ ਲੱਗੇ 18 ਸਾਲ ਤੋਂ ਬਾਅਦ, ਤਾਂ ਅੱਲਾ ਨੇ ਕਿਹਾ ਕਿ ਸਾਡਾ ਮਨ ਨਹੀਂ ਕਰ ਰਿਹਾ ਕਿ ਤੁਸੀਂ ਵਾਪਸ ਜਾਓ, ਜਾਂਦੇ ਹੋਏ ਸਾਨੂੰ ਆਪਣੇ ਪਿਆਰ ਦੀ ਕੋਈ ਨਿਸ਼ਾਨੀ ਤਾਂ ਦੇ ਕੇ ਜਾਓ। ਤਾਂ ਮੰਨਿਆ ਜਾਂਦਾ ਹੈ ਕਿ ਅੱਲਾ ਨੇ ਰਸੂਲ ਦਾ ਸਾਇਆ ਆਪਣੇ ਕੋਲ ਰੱਖ ਲਿਆ ਔਰ ਅੱਜ ਵੀ ਮਦੀਨਾ ਸ਼ਰੀਫ ਜੋ ਕਿ ਰਸੂਲ ਅੱਲਾ ਦਾ ਯਾਨੀ ਕਿ ਮੁਹੰਮਦ ਸਾਹਿਬ ਦਾ ਮਜ਼ਾਰੇ ਮੁਬਾਰਕ ਹੈ, ਉਸ ਦਾ ਸਾਇਆ ਨਹੀਂ ਹੈ। ਸਾਰੀ ਜ਼ਿੰਦਗੀ ਰਸੂਲ ਦਾ, ਮੁਹੰਮਦ ਸਾਹਿਬ ਦਾ ਕੋਈ ਸਾਇਆ ਨਹੀਂ ਸੀ। ਸੋ ਜਿਸ ਕਿਸੇ ਦੀ ਸ਼ੁਰੂਆਤ ਹੀ ਰਸੂਲ ਅੱਲਾ ਦੇ ਨਾਮ ਤੋਂ ਵਾਰਿਸ ਸ਼ਾਹ ਨੇ ਕੀਤੀ ਹੋਵੇ ਤਾਂ ਉਹ ਕਿੱਸਾ ਅਮਰ ਨਾ ਹੋਵੇ, ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਹੀਰ ਆਖਦੀ ਵੇ ਜੋਗੀਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਵਦਾਈ, ਹਾਂ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥਕੀ, ਜਿਹੜਾ ਗਿਆ ਨੂੰ ਮੋੜ ਲਿਆਵਦਾ ਈ। ਸਾਡੇ ਚਮਦੀਆਂ ਜੁੱਤੀਆਂ, ਸਾਡੇ ਚਮਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜੀਉ ਦਾ ਰੋਗ ਗਵਾਵਦਾ ਈ। ਹਾਂ ਭਲਾ ਦੱਸ ਖਾਚਰੀ ਵਿਛਨਿਆਂ ਨੂੰ, ਹਾਂ ਹੋਏ ਕਦੋਂ ਰੱਬ ਸੱਚਾ ਕਰ ਲਿਆਵਦਾ। ਇਸ ਵਰੇ 18ਵੀਂ ਸਦੀ ਦੇ ਵਿੱਚ ਵਾਰਿਸ ਸ਼ਾਹ ਵੱਲੋਂ ਰਚੇ ਪੰਜਾਬੀ ਦੇ ਮਹਾਕਾਵ ਹੀਰ ਨੇ ਆਪਣੀ ਉਮਰ ਦੇ 250 ਸਾਲ ਪੂਰੇ ਕਰ ਲਏ ਨੇ। ਹੀਰ ਰਾਂਝੇ ਦੇ ਇਸ਼ਕ ਦੀ ਲਾਸਾਨੀ ਲੋਕ ਗਾਥਾ ਤੇ ਵਾਰਿਸ ਤੋਂ ਪਹਿਲਾਂ ਤੇ ਪਿੱਛੋਂ ਵੀ ਕਈ ਸ਼ਾਇਰਾਂ ਨੇ ਆਪਣੀ ਕਲਮ ਅਜ਼ਮਾਈ ਕੀਤੀ ਹੈ। ਇਹਨਾਂ ਵਿੱਚੋਂ ਦਮੋਦਰ ਦਾਸ, ਮੁਕਬਲ ਅਹਿਮਦ ਗੁਜ਼ਰ, ਮੁਕਬਾਜ਼, ਹਜ਼ੂਰਾ ਸਿੰਘ ਬੁਟਾਰੀ, ਹੋਰ ਵੀ ਕਈ ਸ਼ਾਮਿਲ ਨੇ। ਮਾੜਾ ਮੋਟਾ ਵਾਧਾ ਘਾਟਾ ਕਰਨ ਦੀ ਕੋਸ਼ਿਸ਼ ਤਾਂ ਕੀਤੀ, ਪਰ ਹੀਰ ਆਖਿਰਕਾਰ ਵਾਰਿਸ ਸ਼ਾਹ ਦੀ ਹੀ ਰਹੀ। ਹੁਣ ਤੱਕ ਇਸ ਸ਼ਾਹਕਾਰ ਦੇ ਅੰਗਰੇਜ਼ੀ, ਜਰਮਨ, ਫ੍ਰੈਂਚ, ਇਤਾਲਵੀ, ਫਾਰਸੀ ਦੇ ਵਿੱਚ ਅਨੁਵਾਦ ਹੋ ਚੁੱਕੇ ਨੇ। ਅੰਗਰੇਜ਼ੀ ਵਿੱਚ ਪ੍ਰਮੁੱਖ ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਵੱਲੋਂ ਕੀਤਾ ਗਿਆ ਇਸ ਦਾ ਦ ਲਵ ਆਫ ਹੀਰ ਐਂਡ ਰਾਂਝਾ ਦੇ ਸਿਰਲੇਖ ਵਾਲਾ ਅਨੁਵਾਦ 1978 ਦੇ ਵਿੱਚ ਪ੍ਰਕਾਸ਼ਿਤ ਹੋਇਆ। ਚਾਰਲਸ ਫ੍ਰੈਡਰਿਕ ਉਸਬਰਨੇ ਅਤੇ ਡਾਕਟਰ ਬੱਟ ਨੇ ਵੀ ਇਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ। ਇਸ ਨੂੰ ਪੀਕੇ ਕੁਲਦੀਪ ਨੇ ਇਤਾਲਵੀ ਦੇ ਵਿੱਚ, ਡੈਨਿਸ ਮਾਰਟਿੰਗ ਨੇ ਫ੍ਰਾਂਸੀਸੀ ਵਿੱਚ ਅਤੇ ਡੋਰਿਸ ਬੁਡਨਵਰਡ ਨੇ ਜਰਮਨੀ ਦੇ ਵਿੱਚ ਉਠਾਲਿਆ। ਇਸੇ ਲਈ ਇਸ ਮਹਾਨ ਕ੍ਰਿਤ ਨੂੰ ਅਕਾਦਮਿਕ ਹਲਕਿਆਂ ਦੇ ਵਿੱਚ ਸੰਸਾਰ ਸਾਹਿਤ ਦੀ ਬੜੀ ਹੀ ਕਲਾਸਿਕ ਰਚਨਾ ਮੰਨਿਆ ਜਾਂਦਾ ਹੈ। ਵਾਰਿਸ ਨੂੰ ਪੰਜਾਬੀ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਕਸਪੀਅਰ ਦੇ ਸ਼ਾਹਕਾਰ ਨਾਟਕ ਰੋਮੀਓ ਤੇ ਜੂਲੀਅਟ ਤੇ ਵਾਰਿਸ ਦੀ ਹੀਰ ਦੇ ਬਿਰਤਾਂਤਾਂ ਵਿੱਚੋਂ ਕਹਾਣੀ ਦੀਆਂ ਕੁਝ ਛੋਟੀਆਂ ਇਕਾਈਆਂ ਤੰਦਾਂ ਬਰਾਬਰ ਚੱਲਦੀਆਂ ਨੇ। ਦੱਸਦੇ ਨੇ ਕਿ ਜਦੋਂ ਜਨਾਬ ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਮਲਕਾ ਹਾਂਸ ਦੀ ਮਸੀਤ ਦੇ ਇੱਕ ਹੁਜਰੇ ਦੇ ਵਿੱਚ ਬੈਠ ਕੇ ਮੁਕੰਮਲ ਕਰ ਲਿਆ ਤਾਂ ਉਸ ਤੋਂ ਬਾਅਦ ਉਹ ਆਪਣੀ ਪਿੰਡ ਜੰਡਿਆਲਾ ਸ਼ੇਰਖਾਂ ਪਰਤ ਗਏ। ਉੱਥੇ ਜਾ ਕੇ ਉਹਨਾਂ ਦੇ ਜੋ ਉਸਤਾਦ ਸਨ, ਉਸਤਾਦ ਮੌਲਵੀ ਹਾਫਿਜ਼ ਗੁਲਾਮ ਸਾਹਿਬ, ਜੋ ਕਿ ਇਹਨਾਂ ਦੇ ਪੀਰੋ ਮੁਰਸ਼ਦ ਸਨ, ਇਹਨਾਂ ਨੂੰ ਜਦੋਂ ਇਹ ਖਬਰ ਨਸ਼ਰ ਹੋਈ ਕਿ ਵਾਰਿਸ ਨੇ ਹੀਰ ਨਾਮ ਦਾ ਕੁਝ ਲਿਖਿਆ ਹੈ ਤਾਂ ਉਹਨਾਂ ਨੂੰ ਪਹਿਲ ਤਾਂ ਬਹੁਤ ਹੀ ਗੁੱਸਾ ਹੋਇਆ। ਨਾਰਾਜ਼ ਹੋ ਕੇ ਉਹ ਇਹ ਸੋਚਣ ਲੱਗੇ, ਲੋਕਾਂ ਨੂੰ ਕਹਿਣ ਲੱਗੇ ਕਿ ਪਤਾ ਨਹੀਂ ਵਾਰਿਸ ਕਿੰਨਾ ਚੀਜ਼ਾਂ ਦੇ ਵਿੱਚ ਗਲਤਾਨ ਹੋ ਗਿਆ ਹੈ। ਪਰ ਜਦੋਂ ਜਨਾਬ ਵਾਰਿਸ ਸ਼ਾਹ ਆਪਣੇ ਪੀਰੋ ਮੁਰਸ਼ਦ ਨੂੰ ਮਿਲੇ ਤੇ ਮਿਲ ਕੇ ਉਹਨਾਂ ਨੇ ਹੀਰ ਦਾ ਪਾਠ ਸੁਣਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਕੈਫੀਅਤ ਹੋਰ ਤੋਂ ਹੋਰ ਹੁੰਦੀ ਗਈ। ਗੁਲਾਮ ਮੁਰਤਜ਼ਾ ਸਾਹਿਬ ਨੇ ਕਿੰਨੇ ਹੀ ਲੋਟੇ ਪਾਣੀ ਦੇ ਆਪਣੇ ਸਿਰ ਦੇ ਵਿੱਚ ਪਾਏ ਤਾਂ ਜੋ ਹੀਰ ਦਾ ਪਾਠ ਸੁਣਦਿਆਂ ਉਹਨਾਂ ਨੂੰ ਜੋ ਸਰੂਰ ਚੜਿਆ ਸੀ ਉਹ ਜ਼ਰਾ ਕੁ ਟਿਕਾਣੇ ਆ ਸਕੇ। ਸੋ ਇਹ ਹੈ ਹੀਰ ਦਾ ਤਲਸਮ, ਇਹ ਹੈ ਵਾਰਿਸ ਸ਼ਾਹ ਦੀ ਕਲਮ ਦੀ ਰੂਹਾਨੀਅਤ ਤੇ ਕਿੱਸਾ ਬਿਆਨ ਕਰਨ ਦਾ ਖੂਬਸੂਰਤ ਅੰਦਾਜ਼ ਜੋ ਵਾਰਿਸ ਸ਼ਾਹ ਦੇ ਕੋਲ ਸੀ। ਉਹ ਸ਼ਾਇਦ ਉਸ ਤੋਂ ਬਾਅਦ
ਕਿਸੇ ਦਾ ਵੀ ਨਾ ਹੋ ਸਕਿਆ। ਵਾਰਿਸ ਸ਼ਾਹ ਨੂੰ ਚਿਸ਼ਤੀਆ ਸਿਲਸਿਲੇ ਦਾ ਇੱਕ ਅਹਿਮ ਅੰਗ ਮੰਨਿਆ ਜਾਂਦਾ ਹੈ ਔਰ ਇਸ ਨੂੰ ਸੂਫੀ ਤੇ ਸੂਫੀ ਮਤ ਦੀ ਬੜੀ ਹੀ ਗਹਿਰੀ ਨੌਲੇਜ ਸੀ। ਇਹੀ ਕਾਰਨ ਹੈ ਕਿ ਰਸੂਲ ਅੱਲਾ ਦੇ ਨਾਮ ਤੋਂ ਜਦੋਂ ਇਹ ਹੀਰ ਦੇ ਕਿੱਸੇ ਦੀ ਸ਼ੁਰੂਆਤ ਕਰਦੇ ਨੇ ਤੇ ਇਸ਼ਕੇ ਮਜਾਜ਼ੀ ਨੂੰ ਕਿਸ ਤਰ੍ਹਾਂ ਰੂਹ ਤੇ ਕਬੂਲੀਅਤ ਦਾ ਝਗੜਾ ਕਹਿ ਕੇ ਇਸ਼ਕੇ ਹਕੀਕੀ ਦੇ ਵਿੱਚ ਤਬਦੀਲ ਕਰ ਦਿੰਦੇ ਨੇ ਔਰ ਇੱਕ ਰੂਹਾਨੀ ਰੰਗਤ ਇਸ ਇਸ਼ਕ ਦੇ ਕਿੱਸੇ ਨੂੰ ਦੇ ਦਿੰਦੇ ਨੇ। ਘਰ ਆਨਨਾਨ ਨੇ ਗੱਲ ਕੀਤੀ, ਤੇ ਭਾਬੀ ਇੱਕ ਜੋਗੀ ਨਵਾਂ ਹਾਏ ਆਇਆ। ਰੂਸ ਵਿੱਚ ਪਿਛਲੇ ਵਰੇ ਨੂੰ ਸਾਹਿਤ ਦੇ ਵਰੇ ਵਜੋਂ ਮਨਾਇਆ ਗਿਆ ਸੀ। ਇਸ ਉਤਸਵ ਦਾ ਦਸੰਬਰ ਦਾ ਦੂਜਾ ਹਫ਼ਤਾ ਲਿਓ ਟੋਲਸਟੋਏ ਦੀ ਮਹਾਨਾਵਲ ਜੰਗ ਅਤੇ ਅਮਨ ਉੱਤੇ ਕੇਂਦਰਿਤ ਸੀ। ਇਸ ਸਮੇਂ ਦੌਰਾਨ 60 ਘੰਟੇ ਲਗਾਤਾਰ ਦੇਸ਼-ਵਿਦੇਸ਼ ਦੇ ਵੱਖੋ-ਵੱਖਰੀ ਥਾਵਾਂ ਤੇ ਰੇਡੀਓ ਤੇ ਟੀਵੀ ਤੇ ਇੰਟਰਨੈਟ ਤੇ ਨਾਵਲ ਦਾ ਪਾਠ ਕੀਤਾ ਗਿਆ ਸੀ। ਇਸ ਦਿਨ ਨਾਵਲ ਦਾ ਪਾਠ ਲੰਡਨ ਵਿੱਚ ਪਾਰਲੀਮੈਂਟ ਦੇ ਸਾਹਮਣੇ ਵੀ ਕੀਤਾ ਗਿਆ। ਟੋਲਸਟੋਏ ਦੇ ਲੱਖਾਂ ਕਰੋੜਾਂ ਪਾਠਕਾਂ ਨੇ ਇੱਕੋ ਸਮੇਂ ਉਹਨਾਂ ਦੀ ਰਚਨਾ ਦਾ ਪਾਠ ਕਰਕੇ ਉਹਨਾਂ ਨੂੰ ਯਾਦ ਕਰਨ ਦਾ ਮੌਜੀਜ਼ਾ ਕੀਤਾ ਸੀ ਕਿ ਵਾਰਿਸ ਸ਼ਾਹ ਅਤੇ ਉਸ ਦੇ ਸ਼ਾਹਕਾਰ ਨੂੰ ਚੜ੍ਹਦੇ ਲਹਿੰਦੇ ਪੰਜਾਬਾਂ ਦੇ ਵਾਸੀ ਰੂਸੀਆਂ ਵਾਂਗ ਯਾਦ ਨਹੀਂ ਕਰ ਸਕਦੇ ਕਿ ਮਲਕਾ ਹਾਂਸ ਵਿਖੇ ਉਸ ਦੀ ਮਜ਼ਾਰ ਤੇ ਦੋਵੇਂ ਪੰਜਾਬਾਂ ਦਾ ਕੋਈ ਸਾਂਝਾ ਮੇਲ ਨਹੀਂ ਜੁੜ ਸਕਦਾ। ਕੰਨੀ ਉਸ ਦੇ ਦਰਸ਼ਨੀ ਹਾਏ ਨੀ ਮੁੰਦਰਾਂ ਨੇ ਹਾਏ, ਤੇ ਗਲ ਹੈਂਕਲਾਂ ਅਜਬ ਸੁਹਾਇਆ ਨੀ। ਸੋਹਣਾ ਚੰਦ ਜਿਹਾ ਵੱਡਾ ਕੱਦ ਸਿਰਨੀ, ਤੇ ਕਿਸੇ ਮਾਂ ਕਰਮਾਂ ਵਾਲੀ ਨੇ ਜਾਇਆ